ਜਿਹੜੇ ਤੁਹਾਡੇ ਆ ਗ੍ਰੀਨ ਰੈਵੋਲੂਸ਼ਨ ਲਿਆਉਣ ਵਾਲੇ ਪੰਜਾਬ ਦੇ ਵਿਗਿਆਨੀ ਆ, ਸਰਕਾਰ ਨੇ ਉਹਨਾਂ ਨੂੰ ਮਾਣ ਸਨਮਾਨ ਦਿੱਤਾ। ਜਾਂ ਤਾਂ ਉਹ ਮੂਰਖਾ ਜਾਂ ਸਿਰੇ ਦੇ ਚਲਾਕ ਆ। ਇਕੱਲੀ ਖੇਤੀ ਆ ਜਿਹੜੀ ਸਰਕਾਰ ਨੂੰ ਅੱਜ ਮੁਨਾਫਾ ਦੇ ਰਹੀ ਆ, ਬਾਕੀ ਸਾਰੀ ਚਾਹੇ ਸਰਵਿਸ ਇੰਡਸਟਰੀ ਹੋਵੇ ਇਸ ਦੇਸ਼ ਦੀ, ਚਾਹੇ ਮੈਨੂਫੈਕਚਰਿੰਗ ਯੂਨਿਟ ਹੋਵੇ, ਉਹ ਘਾਟੇ 'ਚ ਆ। ਸਾਡੀ ਹੁਕਮਰਾਨ ਧਿਰਾ ਉਹ ਤਾਂ ਸਿੱਧੇ ਤੌਰ ਤੇ ਇਸ ਗੱਲ ਤੇ ਆ ਗਈ ਆ ਵੀ ਅਸੀਂ ਅੰਬਾਨੀ, ਅਦਾਨੀ, ਗੋਦਰੇਜ ਜਾਂ ਕੋਈ ਹੀਰੋ ਹੋਂਡਾ ਹੋ ਜੇ ਜਾਂ ਇਹ ਸਾਰੇ ਯੂਨਿਟ ਹੋ ਜਾਣ, ਇਹਨਾਂ ਨੂੰ ਪਾਲਾਂਗੇ। ਸਾਡੀਆਂ ਗੱਲਾਂ ਉਹਨਾਂ ਨੂੰ ਕਿੱਥੋਂ ਸਮਝ ਆਉਣਗੀਆਂ ਤੇ ਕਿੱਥੋਂ ਕਿਸਾਨ ਯੂਨੀਅਨ ਇਹ ਗੱਲ ਸਮਝ ਲੂਗੀ ਜਿਹੜੀ MSP ਦੀ ਤੇ APMC ਦੀ ਮੰਡੀ ਬੋਰਡ ਦੀ ਗੱਲ ਕਰਦੀ ਆ। ਤੁਹਾਡੇ ਕੋਲੇ ਆ ਕੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਦਿੰਦੇ ਆ, ਤੁਸੀਂ ਕਾਮਰੇਡਾਂ ਵਾਲੀ ਗੱਲ ਕਰਕੇ ਕਹਿੰਦੇ ਹੋ ਆਹ ਗੱਲ ਨਾ ਕਰੋ ਯਾਰ, ਹਨਾ। ਸੋ ਜੇ ਸਾਡੀਆਂ ਰੂਹਾਂ ਨੂੰ ਹੀ ਨਹੀਂ ਸਮਝੋਗੇ ਫਿਰ ਤੁਹਾਡੇ ਤੇ ਸਰਕਾਰਾਂ 'ਚ ਕੀ ਫਰਕ ਰਹਿ ਗਿਆ। ਜੇ ਮੈਂ ਅੱਜ ਕਹਿਣਾ ਵੀ ਕੋਈ ਗੱਲ ਨਹੀਂ, ਅਸੀਂ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਵਿਚਾਰਾਂ ਦੇ ਵਖਰੇਵਿਆਂ ਲਈ ਮਿਲ ਜੋੜ ਕੇ ਬਹਿ ਜਾਂਦੇ ਆ, ਸਿਰ ਜੋੜ ਕੇ ਬਹਿ ਜਾਂਦੇ ਆ, ਗੱਲਬਾਤ ਕਰ ਲੈਂਦੇ ਆ, ਕੋਈ ਨਾ ਕੋਈ ਹੱਲ ਨਿਕਲਿਆ ਆਊਗਾ ਸੰਵਾਦ 'ਚ। ਜੇ ਤੁਸੀਂ ਕਹਿੰਦੇ ਹੋ ਮੂਵਮੈਂਟ ਜਿਹੜੀ ਆ, ਅੰਦੋਲਨ ਜਿਹੜਾ, ਇਹਦੇ ਤੇ ਵੀ ਗਲਬਾ ਪਾਲ ਗਏ ਔਰ ਗਲਬਾ ਵੀ ਐਂ ਪਾਲ ਗਏ ਵੀ ਸਾਡਾ ਅੰਦੋਲਨ ਆ, ਫਿਰ ਤੁਸੀਂ ਵੀ ਉਹੀ ਕਰ ਰਹੇ ਹੋ। ਇੱਕ ਪਾਸੇ ਸਰਕਾਰ ਕਹਿ ਰਹੀ ਆ ਸਾਡੀ ਸਰਕਾਰ ਆ, ਤੁਸੀਂ ਕਹਿ ਰਹੇ ਹੋ ਸਾਡਾ ਅੰਦੋਲਨ ਆ। ਫਿਰ ਜਵਾਬ ਕੀ ਆ ਤੁਹਾਡੇ ਕੋਲੇ? ਫਿਰ ਤੁਹਾਡੇ ਨਾਲ ਉਦੋਂ ਤੱਕ ਬੈਠਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਅੰਦੋਲਨ ਨਹੀਂ ਆ, ਇਹ ਲੋਕਾਂ ਦਾ ਅੰਦੋਲਨ ਆ, ਇਹ ਲੋਕ ਲਹਿਰ ਆ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਡੇ ਜਿਹੜੇ ਜਵਾਨ ਆ, ਨੌਜਵਾਨ ਆ, ਜਦੋਂ ਉਹਨਾਂ ਨੇ ਆ ਕੇ ਸੰਬੋਧਨ ਕਰਨਾ, ਸਟੇਜ ਤੋਂ ਬੋਲਣਾ, ਇਹ ਗੱਲਾਂ ਸੁਣਨ ਵਾਲੀਆਂ, ਕਿਉਂਕਿ ਮੈਨੂੰ ਛੋਟੇ ਹਿੰਦੂ ਤੋਂ ਹੀ ਜਿਵੇਂ ਕਹਿੰਦੇ ਆ ਬਜ਼ੁਰਗਾਂ ਦਾ ਚੰਡਿਆ ਹੋਇਆ ਜਾਂ ਉਸਤਾਦਾਂ ਦਾ ਚੰਡਿਆ ਹੋਇਆ ਸਾਨੂੰ ਤਰੀਕੇ, ਸਲੀਕੇ, ਤਹਿਜ਼ੀਬ, ਲਿਆਕਤ, ਇਹਨਾਂ ਚੀਜ਼ਾਂ ਬਾਰੇ ਬੜਾ ਸਿਖਾਇਆ ਜਾਂਦਾ ਸੀ। ਕਿਸੇ ਦਾ ਆਦਰ ਮਾਣ ਸਤਿਕਾਰ ਕਿਵੇਂ ਕਰਨਾ, ਇਸ ਚੀਜ਼ ਬਾਰੇ ਬੜਾ ਸਿਖਾਇਆ ਜਾਂਦਾ ਸੀ। ਜਦੋਂ ਤੁਸੀਂ ਮੰਚ 'ਤੇ ਆਉਣਾ ਤਾਂ ਕੋਈ ਬਜ਼ੁਰਗ ਆਉਂਦਾ ਤਾਂ ਮੰਚ ਨੂੰ ਸਨਮਾਨ ਦੇ ਕੇ ਐਡਾ ਉਹਦੀ ਬਾਡੀ ਲੈਂਗੁਏਜ 'ਚ ਹੀ ਇੱਕ ਆਦਰ ਸਤਿਕਾਰ ਹੁੰਦਾ। ਆਪਦੇ ਜੋੜੇ ਲਾ ਕੇ ਉੱਥੇ ਜੁੱਤੇ ਲਾ ਕੇ, ਬੂਟ ਲਾ ਕੇ ਰੱਖ ਕੇ, ਤੇ ਬਜ਼ੁਰਗ ਫੇਰ ਮੰਚ 'ਤੇ ਚੜ੍ਹ ਕੇ ਤੇ ਸੰਗਤ ਨੂੰ ਸੰਬੋਧਨ ਕਰਦਾ। ਇਹ ਬਹੁਤ ਵੱਡਾ ਸਨਮਾਨ ਆ ਜਦੋਂ ਸਾਨੂੰ ਮੰਚ ਦਿੱਤਾ ਜਾਂਦਾ ਵੀ ਤੁਸੀਂ ਹੁਣ ਸੰਗਤ ਨੂੰ ਸੰਬੋਧਨ ਕਰਨਾ ਤੇ ਸੰਗਤ ਨੇ ਬੈਠ ਕੇ ਤੁਹਾਡੇ ਵਿਚਾਰ ਸੁਣਨੇ ਆ। ਸੋ ਜਿਹੜੇ ਨੌਜਵਾਨ ਆਉਂਦੇ ਆ ਇੱਥੇ, ਮੈਨੂੰ ਲੱਗਦਾ ਇਸ ਗੱਲ ਦੀ ਇਹੀ ਤਹਿਜ਼ੀਬ ਆ, ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਬਾਈ ਜੀ, ਤੁਹਾਨੂੰ ਵੀ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਆਏ ਸੀ। ਇਹ ਛੋਟੀਆਂ ਛੋਟੀਆਂ ਗੱਲਾਂ, ਇਹਨਾਂ 'ਚ ਕਿਸੇ ਦੀ ਆਪਾਂ ਬੇਇੱਜ਼ਤੀ ਨਹੀਂ ਕਰ ਰਹੇ ਹੁੰਦੇ, ਪਰ ਆਪਦੀ ਤਹਿਜ਼ੀਬ ਹੀ ਦੱਸ ਰਹੇ ਹੁੰਦੇ ਆ ਵੀ ਅਸੀਂ ਕਿਤੇ ਨਾ ਕਿਤੇ ਖਤਾ ਕਿਉਂ ਖਾਂਦੇ ਆ। ਖਤਾ ਇਸੇ ਕਰਕੇ ਖਾਂਦੇ ਆ, ਅਸੀਂ ਛੋਟੀਆਂ ਗੱਲਾਂ ਦਾ ਧਿਆਨ ਨਹੀਂ ਦਿੰਦੇ, ਵੱਡੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਆ। ਜੇ ਅਸੀਂ ਛੋਟੀਆਂ ਗੱਲਾਂ ਨੂੰ ਨਹੀਂ ਸਮਝਾਂਗੇ ਤਾਂ ਵੱਡੀਆਂ ਗੱਲਾਂ ਨੂੰ ਸਮਝਣ ਦੀ ਐਬਿਲਿਟੀ ਵੀ ਸਾਡੇ 'ਚ ਨਹੀਂ ਆਉਂਦੀ। ਇਸ ਕਰਕੇ ਗੱਲ ਆਬਜ਼ਰਵੇਸ਼ਨ ਤੋਂ, ਛੋਟੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਆ ਤੇ ਫਿਰ ਹੀ ਇੱਕ ਸੋਚ ਵਿਕਸਿਤ ਹੁੰਦੀ ਆ, ਇੱਕ ਪ੍ਰੋਸੈਸ ਹੈ, ਇੱਕ ਐਵੋਲਿਊਸ਼ਨ ਆ, ਤੇ ਇਨਸਾਨ ਦੀ ਸੋਚ ਉਸ ਜਗ੍ਹਾ 'ਤੇ ਜਾ ਕੇ ਬਿਰਤੀ ਉਹਦੀ ਲੱਗ ਜਾਂਦੀ ਆ ਜਿੱਥੇ ਫਿਰ ਜਦੋਂ ਤੁਸੀਂ ਮੰਚ ਤੋਂ ਵੀ ਸੰਬੋਧਨ ਕਰਦੇ ਹੋ ਫਿਰ ਤੁਹਾਨੂੰ ਇਹ ਕਹਿਣਾ ਨਹੀਂ ਪੈਂਦਾ ਵੀ ਮੈਂ ਮੰਚ ਤੋਂ ਸੰਬੋਧਨ ਨਹੀਂ ਕਰਦਾ ਹੁੰਦਾ, ਫਿਰ ਸੰਗਤ ਸੁਣੂਗੀ। ਸੋ ਮੈਨੂੰ ਲੱਗਦਾ ਬਜ਼ੁਰਗਾਂ ਨੇ ਜਿਹੜੇ ਸਾਡੇ ਪੁਰਾਣੇ ਸਿਧਾਂਤ ਘੜੇ ਆ, ਜਿਨ੍ਹਾਂ 'ਚ ਅਸੀਂ ਕਹਿੰਦੇ ਆ ਵੀ ਪਿੰਡਾਂ 'ਚ ਆਮ ਤੌਰ 'ਤੇ ਸਾਡੀਆਂ ਕਹਾਵਤਾਂ ਹੁੰਦੀਆਂ, ਉਹਨਾਂ ਦੇ ਪਿੱਛੇ ਬਹੁਤ ਲੰਬੇ ਸਮੇਂ ਦੇ ਕਿਤੇ ਨਾ ਕਿਤੇ ਵਿਚਾਰਧਾਰਾ ਚੱਲੀ ਆ ਰਹੀ ਹੁੰਦੀ ਆ। ਕਈਆਂ ਚੀਜ਼ਾਂ ਦਾ ਸਾਨੂੰ ਖੰਡਨ ਕਰਨਾ ਪੈਂਦਾ, ਕਈ ਇਹੋ ਜਿਹੀਆਂ ਵਿਚਾਰਧਾਰਾ ਜਾਂ ਇਹੋ ਜਿਹੇ ਸਿਧਾਂਤ ਆ ਕਿ ਜਿਨ੍ਹਾਂ ਨੂੰ ਨਾਲ ਲੈ ਕੇ ਵੀ ਚੱਲਣਾ ਪੈਂਦਾ। ਸੋ ਇਹ ਮੰਥਨ ਵੀ ਅਸੀਂ ਆਪ ਕਰਨਾ ਕਿਸ ਵਿਚਾਰਧਾਰਾ ਦਾ,
किस पुराने सिद्धांत का खंडन करना ते किस सिद्धांत नूं असीं नाल लैके चलना। ये तो एक समाजिक समझ दी या सोशल साइंस जिन्हों कह दिंदे आ ਉਹਦੀ ਗੱਲ हो गई, मैनरिज्म की गल हो गई। हुण थोड़ी जी गल आपां ऑर्डीनेंस दी या सरकारां दी करिए। अज दा जो मुद्दा किसानी का मुद्दा, मजदूरां का मुद्दा, असी शुरू हुन्ने आ 1960 1966 चों, जदों साडे देश च भुखमरी आउण दे सारे लक्षण पैदा हो चुके सी। ऐं लगदा सी भी हिंदुस्तान च फूड क्राइसिस आ जाऊगा, तो फूड क्राइसिस आउण दे नाल, अनाज दा क्राइसिस आउण दे नाल राइट्स हो जाणगे, लोग एक दूजे तो खो खो के अनाज लैके जाणगे ते आपदे परिवारां नूं खवाउणगे। उस वेले सरकारां दी मंग सी, खास तौर पर सेंटर सरकार दी, भी साडे देश नूं आत्म निर्भर किया जाए, अनाज नूं लैके साडी आत्म निर्भरता होनी चाहिदी आ। और उस वेले जिहड़ियां अमरीका दियां वड्डियां वड्डियां कंपनियां सी, जिन्हां नूं मल्टीनैशनल कंपनियां आपां कहने आ, कॉरपोरेट घराना जिन्हां दा नाम दिता जांदा अज, उस वेले ओह बहुत वड्डे पद्धर ते फर्टिलाइज़र आ रेहां स्प्रेयां बनाउण च लगियां होईयां सी। सो फूड क्राइसिस जदों आया, वो पैदा किया गया, हिंदुस्तान च भी पैदा किया गया। 1960-70 च असीं अनाज मंगाउंदे हुंदे सी अमरीका तो। अमरीका ने अनाज दे नाल नाल सानूं रेहां स्प्रेयां भी देनियां शुरू करतियां, एक मंडी विकसित करती है इत्थे पूरी। मंडी विकसित करके हिंदुस्तान की सरकार ते ये भी दबाव पाया भी तुसीं साडे ये जिहड़े प्रोडक्ट्स आ इनू इस मंडी च बेचो। तो हिंदुस्तान की सरकार की भी आपदी एक मंग सी उस वेले, देश नूं फूड क्राइसिस चों कढ़ना ते अनाज लई आत्म निर्भरता पैदा करनी। इसलिए पंजाब नूं, पूरे पंजाब नूं चुनिया गया। मेरी आवाज़ कल दी थोड़ी जी बैठी आ, सो आई चलना पऊगा। पूरे पंजाब नूं चुनिया गया, पूरे पंजाब नूं हरी क्रांति के नाँ ते रेहां स्प्रेवां भी देतियां, सुधरियां होया बीजां दीयां किस्मां भी देतियां। उदों पहलां किसान च सबर संतोख सी। किसान आपदे परिवारां लई आपदी लोड़वंदी जिहड़ी उहदी सीमताई सी उत्थों तक ही फसल उगाउंदा सी या माड़ी मोटी वेच वटांदरा करदा सी। पर जदों हरी क्रांति आई, एक गल तां पक्की आ भी साडियां जमीनां, साडियां पानी, साडा वातावरण, ये सब कुछ तां गंदला हो ही गया। नाल किसान दीयां भुੱਖਾਂ भी चमकातियां, क्योंकि जदों किते किले चों 20 मण पैदा हुंदी होवे कणक, तो कुछ क सालां 'ਚ 40 मण ते आ जे, तो साडे कोले पैसे दुगने बनन लग जाण। तो खेती दे इनपुट कॉस्ट सी, जिहड़ी इनपुट कॉस्ट का मतलब हुंदा, उस वेले लेबर भी असीं आप करते सी। उस वेले पानी भी साडियां नहरां दी सिंचाई हुंदी सी, मोटरां तो सिंचाई भी नहीं हुंदी सी, या सूइयां तो या कस्सियां तो पानी खेतां 'ਚ असीं लाउंदे हुंदे सी। उस वेले मशीनीकरण भी एडा आधुनिक इस वड्डे तौर पर आया नहीं सी, ते उस कॉस्ट नूं भी देखिए तो वह भी घट सी, ते बिजली दे अज दे हिसाब नाल खर्चे भी घट सी। तो इस करके जदों वो मुनाफा होया किसानां कोले, वो कुछ क सालां 'ਚ ही 3-4 सालां 'ਚ ही डबल हो गया। मुनाफे का फायदा पंजाब नूं होना चाहिदा सी, कुछ क होया भी सीधे तौर पर होया, पर जो पूर्ण तौर पर मुनाफे का फायदा, सरकार दीयां नीतियां देखो, सरकार दीयां नीतियां समझनियां आपां, पूर्ण तौर पर मुनाफे का फायदा होना चाहिदा सी, वो पंजाब उठा उन्होंने चक नहीं सकिया। क्यों नहीं चक सकिया? क्योंकि सानू किसानी तो दे दी गई। वो क्यों दी गई? क्योंकि साडे कोले पानी भी हैगा,
ਅਸੀਂ ਮਿਹਨਤ ਕਰਨ ਲਈ ਸਾਡੇ ਕੋਲੇ ਸਰੀਰ ਵੀ ਹੈਗੇ, ਸਾਡੇ ਕੋਲੇ ਜਜ਼ਬੇ ਵੀ ਹੈਗੇ ਸੀ ਵੀ ਸਾਡੇ ਬਜ਼ੁਰਗ ਸਾਰਾ ਦਿਨ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਸੀ। ਹਲ ਵਾਹ ਲਓ, ਰਾਤ ਨੂੰ ਚਾਹੇ ਪਾਣੀ ਲਾ ਲਓ। ਸਾਡੇ ਬਜ਼ੁਰਗਾਂ ਨੇ ਮੁਹਾਰਤ ਹਾਸਲ ਕਰ ਲਈ ਸੀ ਤਾਂ ਖੇਤੀ ਦਾ ਸਕਿੱਲ ਵੀ ਸੀਗਾ ਸਾਡੇ ਕੋਲੇ। ਇਸ ਕਰਕੇ ਪੂਰੀ ਪੰਜਾਬ ਦੀ ਜਰਖੇਜ਼ ਜ਼ਮੀਨ ਆ ਜਿਹੜੀ, ਉਹਨੂੰ ਚੁਣਿਆ ਗਿਆ ਹਰੀ ਕ੍ਰਾਂਤੀ ਲਈ। ਜੇ ਤੁਸੀਂ ਬਾਕੀ ਰਾਜਾਂ ਨੂੰ ਦੇਖੋ ਤਾਂ ਕੇਰਲਾ ਦਾ ਇੱਕ ਅੱਧਾ ਡਿਸਟ੍ਰਿਕਟ ਚੁਣਿਆ ਗਿਆ, ਬੰਗਾਲ ਦਾ ਇੱਕ ਡਿਸਟ੍ਰਿਕਟ ਜਿਵੇਂ ਵਰਧਮਾਨ ਡਿਸਟ੍ਰਿਕਟ ਚੁਣਿਆ ਗਿਆ। ਉੱਥੇ ਸਾਰੇ ਕੇਰਲਾ 'ਚ, ਸਾਰੇ ਬੰਗਾਲ 'ਚ, ਸਾਰੇ ਹਰਿਆਣੇ 'ਚ ਹਰੀ ਕ੍ਰਾਂਤੀ ਨਹੀਂ ਆਈ। ਹਰਿਆਣੇ 'ਚ ਵੈਸਟ ਹਰਿਆਣੇ 'ਚ ਹਰੀ ਕ੍ਰਾਂਤੀ ਆਈ ਆ ਜੇ ਆਪਾਂ ਹਿਸਾਰ ਤੋਂ ਇੱਧਰਲਾ ਹਿੱਸਾ ਦੇਖੀਏ ਤਾਂ। ਬਾਕੀ ਹਰਿਆਣੇ 'ਚ ਹਰੀ ਕ੍ਰਾਂਤੀ ਲਈ ਉਹਨਾਂ ਨੇ ਜੋ ਸਾਨੂੰ ਰੇਹਾਂ ਸਪਰੇਆਂ ਦਿੱਤੀਆਂ, ਸਾਨੂੰ ਸੁਧਰੇ ਹੋਏ ਬੀਜ ਦਿੱਤੇ, ਉਹਦੇ ਸਿੱਟੇ ਕੀ ਨਿਕਲਣਗੇ ਇਹ ਕਿਸੇ ਨੇ ਖੋਜ ਨਹੀਂ ਕੀਤੀ। ਜਿਹੜੇ ਵਿਗਿਆਨੀ ਬੈਠੇ ਸੀ ਖੇਤੀਬਾੜੀ ਯੂਨੀਵਰਸਿਟੀਆਂ 'ਚ, ਉਹਨਾਂ ਨੇ ਵੀ ਖੋਜ ਨਹੀਂ ਕੀਤੀ। ਸਿੱਟੇ ਕੀ ਨਿਕਲੇ? ਸਾਡੇ ਜੀਵ ਜੰਤੂ, ਤਿੱਤਰ, ਸਹੇ ਸਾਡੇ ਹੁੰਦੇ ਸੀ, ਸਾਡੇ ਚਿੜੀਆਂ, ਕਾਂ, ਤੋਤੇ, ਹੋਰ ਬਹੁਤ ਤਰ੍ਹਾਂ ਦੇ ਪੰਛੀ ਹੁੰਦੇ ਸੀ। ਮਾਲਵੇ ਦੀ ਜੇ ਮੈਂ ਗੱਲ ਕਰਾਂ, ਕਿੱਕਰਾਂ, ਮਲੇ, ਉੱਥੇ ਨਿੰਮਾਂ, ਡੇਕਾਂ ਅਤੇ ਆਪਣੇ ਇਸ ਹੋਰ ਬਹੁਤ ਤਰ੍ਹਾਂ ਦੇ ਦਰਖਤ ਹੁੰਦੇ ਸੀ। ਹੌਲੀ ਹੌਲੀ ਉਹ ਸਭ ਗਾਇਬ ਹੋਣੇ ਸ਼ੁਰੂ ਹੋ ਗਏ, ਕਿਉਂਕਿ ਈਕੋਲੋਜੀਕਲ ਜਦੋਂ ਕਿਤੇ ਆਪਾਂ ਵਿਕਾਸ ਲਿਆਉਣਾ ਹੋਵੇ ਜਾਂ ਸੁਧਾਰ ਲਿਆਉਣਾ ਹੋਵੇ, ਉਹਦੇ ਨਾਲ ਤੁਹਾਨੂੰ ਵਾਤਾਵਰਨ ਦੀ ਨੌਲੇਜ ਹੋਣੀ, ਵਾਤਾਵਰਨ ਦੀ ਜਾਣਕਾਰੀ ਹੋਣੀ, ਜਿਹਨੂੰ ਮਾਡਰਨ ਲੈਂਗੁਏਜ 'ਚ ਈਕੋਲੋਜੀਕਲ ਲਿਟਰੇਸੀ ਕਿਹਾ ਜਾਂਦਾ, ਇਹ ਹੋਣੀ ਬਹੁਤ ਜ਼ਰੂਰੀ ਆ। ਈਕੋਲੋਜੀਕਲ ਲਿਟਰੇਸੀ ਨੂੰ ਕੰਪਲੀਟਲੀ ਇਗਨੋਰ ਕੀਤਾ ਗਿਆ। ਜਿਹੜੇ ਵਿਗਿਆਨੀਆਂ ਨੇ ਸੁਧਰੀਆਂ ਬੀਜਾਂ ਦੀਆਂ ਕਿਸਮਾਂ ਸਾਨੂੰ ਦਿੱਤੀਆਂ ਜਾਂ ਰੇਹਾਂ ਸਪਰੇਆਂ ਸਾਨੂੰ ਦਿੱਤੀਆਂ, ਉਹਨਾਂ ਨੂੰ ਸਰਕਾਰ ਸਨਮਾਨ ਦਿੰਦੀ ਸੀ, ਤਗਮੇ ਦਿੰਦੀ ਸੀ। ਤਾਂ ਇੱਕ ਵਾਰੀ ਮੈਂ, ਸਾਡੇ ਬਹੁਤ ਇਤਿਹਾਸਕਾਰ ਆ, ਬੜਾ ਖੋਜ ਕੀਤੀ ਆ ਉਹਨਾਂ ਨੇ, ਸਰਦਾਰ ਅਜਮੇਰ ਸਿੰਘ ਜੀ, ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਨੇ ਕਿਹਾ, ਮੈਨੂੰ ਅਮਰੀਕਾ 'ਚ ਕਿਸੇ ਨੇ ਸਵਾਲ ਕਰਤਾ ਵੀ ਜਿਹੜੇ ਤੁਹਾਡੇ ਆ ਗ੍ਰੀਨ ਰੈਵੋਲਿਊਸ਼ਨ ਲਿਆਉਣ ਵਾਲੇ ਪੰਜਾਬ ਦੇ ਵਿਗਿਆਨੀ ਆ, ਸਰਕਾਰ ਨੇ ਉਹਨਾਂ ਨੂੰ ਮਾਣ ਸਨਮਾਨ ਦਿੱਤਾ, ਜਾਂ ਤਾਂ ਉਹ ਮੂਰਖ ਆ ਜਾਂ ਸਿਰੇ ਦੇ ਚਲਾਕ ਆ। ਉਹ ਕਹਿੰਦੇ ਕਿਵੇਂ? ਕਹਿੰਦੇ ਮੂਰਖ ਤਾਂ ਵੀ ਜਦੋਂ ਉਹਨਾਂ ਨੇ ਆਪ ਸੁਧਰੀਆਂ ਬੀਜਾਂ ਦੀਆਂ ਕਿਸਮਾਂ ਦਿੱਤੀਆਂ, ਜਦੋਂ ਰੇਹਾਂ ਸਪਰੇਆਂ ਦਿੱਤੀਆਂ, ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਧਰਤੀ ਦਾ ਗਾਂਹ ਜਾ ਕੇ ਕੀ ਹੋਊ, ਇੱਥੋਂ ਦੇ ਪਾਣੀ ਦਾ ਕੀ ਹੋਊ, ਇੱਥੋਂ ਦੇ ਵਾਤਾਵਰਨ ਦਾ ਕੀ ਹੋਊ। ਜਿਹੜਾ ਕੈਂਸਰ ਹੋਈ ਜਾਂਦਾ, ਚਮੜੀ ਦੇ ਰੋਗ ਹੋਈ ਜਾਂਦੇ ਆ, ਇਹ ਉੱਥੋਂ ਦੇ ਨਤੀਜੇ ਹੀ ਸਾਡੇ ਸਾਹਮਣੇ ਆ। ਜਾਂ ਚਲਾਕ ਆਏ ਆ ਵੀ ਅੱਜ ਪੰਜਾਬ ਨੂੰ ਆਪਦੇ ਹਿਸਾਬ ਨਾਲ ਵਰਤ ਲਓ ਅਤੇ ਮੁੜ ਕੇ ਜੋ ਹੋਊ ਸਾਨੂੰ ਪਰਵਾਹ ਨਹੀਂ, ਅਸੀਂ ਹੋਰ ਧਰਤੀਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਵਰਤ ਲਾਂਗੇ। ਇਹ ਤਾਂ ਮੰਡੀਆਂ ਪੈਦਾ ਕਰਦੇ ਆ। ਅਤੇ ਮੈਨੂੰ ਐਂ ਲੱਗਦਾ ਵੀ ਇਹ ਮੂਰਖ ਨਹੀਂ ਸੀ, ਇਹ ਸਿਰੇ ਦੇ ਚਲਾਕ ਸੀ। ਸਰਕਾਰਾਂ ਸਿਰੇ ਦੀਆਂ ਚਲਾਕ ਸੀ। ਇਹਨਾਂ ਨੂੰ ਪਤਾ ਸੀ ਇਸ ਵੇਲੇ ਪੰਜਾਬ ਨੂੰ ਵਰਤ ਲਓ। ਪੰਜਾਬ ਨੂੰ ਵਰਤਿਆ ਗਿਆ 30-40 ਸਾਲ ਬਹੁਤ ਵੱਡੇ ਸਾਜ਼ਿਸ਼ ਦੇ ਅਧੀਨ, ਕੌਨਸਪੀਰੇਸੀ ਦੇ ਅਧੀਨ ਵਰਤਿਆ ਗਿਆ। ਜਦੋਂ ਸਾਡੇ ਇਹੋ ਜਿਹਾ ਕ੍ਰਾਈਸਿਸ ਆ ਗਿਆ ਵੀ ਸਾਡੀਆਂ ਭੁੱਖਾਂ ਵੀ ਚਮਕਾ ਦਿੱਤੀਆਂ ਗਈਆਂ, ਸਾਨੂੰ ਉੱਥੋਂ ਫਾਇਦਾ ਹੋਇਆ, ਪਰ ਉਹ ਫਾਇਦਾ ਸਾਨੂੰ ਫਰਿੱਜਾਂ ਵੀ ਦੇਤੀਆਂ, ਸਾਨੂੰ ਏਸੀ ਵੀ ਦੇਤੇ, ਸਾਨੂੰ ਕੂਲਰ ਵੀ ਦੇਤੇ, ਸਾਨੂੰ ਮੋਟਰਸਾਈਕਲ ਵੀ ਦੇਤੇ। ਨਾ ਤਾਂ ਇੱਥੇ ਕੂਲਰ ਬਣਦੇ ਸੀ, ਨਾ ਉਦੋਂ ਏਸੀ ਬਣਦੇ ਸੀ, ਨਾ ਮੋਟਰਸਾਈਕਲ ਬਣਦੇ ਸੀ। ਇਹ ਮੈਨੂਫੈਕਚਰਿੰਗ, ਨਾ ਟਰੈਕਟਰ ਬਣਦੇ ਸੀ। ਇਹ ਸਾਰਾ ਕੁਝ ਬਾਹਰਲੀਆਂ ਕੰਪਨੀਆਂ, ਉਹੀ ਪੈਸਾ ਜੋ ਅਸੀਂ ਇੱਥੋਂ ਕਮਾਉਂਦੇ ਸੀ ਇਹਨਾਂ ਨੂੰ ਦੇ ਦਿੰਦੇ ਸੀ ਅਤੇ ਜਾ ਕੇ ਬਾਹਰਲੀਆਂ ਕੰਪਨੀਆਂ ਕੋਲ ਹੀ ਵਾਪਸ ਚਲਾ ਜਾਂਦਾ ਸੀ। ਇਹ ਕੌਨਸਪੀਰੇਸੀ ਥਿਊਰੀ ਅਸੀਂ ਕਦੇ ਸਮਝ ਹੀ ਨਹੀਂ ਸਕੇ। ਜੇ ਪੰਜਾਬ ਕਦੇ ਇੰਡਸਟਰੀ ਮੰਗਦਾ ਸੀ ਤਾਂ ਪੰਜਾਬ ਨੂੰ ਇੰਡਸਟਰੀ ਲਈ ਨੋ ਕਰ ਦਿੱਤੀ ਜਾਂਦੀ ਸੀ ਵੀ ਨਹੀਂ, ਪੰਜਾਬ ਨੂੰ ਇੰਡਸਟਰੀ ਨਹੀਂ ਦੇ ਸਕਦੇ, ਤੁਸੀਂ ਤਾਂ ਖੇਤੀਬਾੜੀ 'ਚ ਹੀ ਇੰਨੇ ਜ਼ਿਆਦਾ ਮੁਹਾਰਤ ਹਾਸਲ ਕਰ ਲਈ ਆ ਅਤੇ ਤੁਹਾਡਾ ਮੁਨਾਫਾ ਹੀ ਇੰਨੀ ਜ਼ਿਆਦਾ ਵੀ ਜੇ ਤੁਸੀਂ ਇੰਡਸਟਰੀ ਵੀ ਲੈ ਲਈ ਤਾਂ ਤੁਹਾਡੀ ਪਰ ਕੈਪੀਟਾ ਇਨਕਮ ਜਾਂ ਜਿਹੜੀ ਸਾਡੀ ਇਨਕਮ ਆ ਉਹ ਇੰਨੀ ਜ਼ਿਆਦਾ ਵੱਧ ਜੂ ਬਾਕੀ ਇਸ ਦੇਸ਼ ਦੇ ਸਟੇਟਾਂ ਦੇ ਕੰਪੈਰੀਟਿਵਲੀ, ਵੀ ਤੁਹਾਡੇ 'ਚ ਵਖਰੇਵਾਂ ਪੈਦਾ ਹੋ ਜਾਊਗਾ। ਅਤੇ ਆਰਥਿਕ ਵਖਰੇਵਾਂ ਵੀ ਜਦੋਂ ਤੁਹਾਡੇ ਕਿਸੇ ਖਿੱਤੇ 'ਚ ਆਉਂਦਾ, ਉਹਨੂੰ ਐਂ ਲੱਗਦਾ ਵੀ ਯਾਰ ਮੈਂ
ਜਾਂ ਉੱਥੋਂ ਦੇ ਵਸਨੀਕਾਂ ਨੂੰ, ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੇ ਆਗੂਆਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਬਹੁਤ ਅੱਗੇ ਲੰਘ ਗਏ, ਬਾਕੀ ਜਿਹੜੇ ਲੋਕ ਆ ਜਾਂ ਬਾਕੀ ਸੂਬੇ ਆ ਉਹਨੇ ਅੱਗੇ ਨਹੀਂ ਪਹੁੰਚ ਸਕੇ ਜਾਂ ਉਨੀ ਕਮਾਈ ਨਹੀਂ ਕਰਦੇ ਤਾਂ ਸਾਨੂੰ ਪਿੱਛੇ ਧੂ ਰਹੇ ਆ। ਤੇ ਭਾਰਤ ਸਰਕਾਰ ਇਹ ਕਦੇ ਵੀ ਨਹੀਂ ਚਾਹੁੰਦੀ ਸੀ ਵੀ ਪੰਜਾਬ ਅੱਗੇ ਲੰਘ ਚੱਕੇ ਜਾਂ ਇਕਨੋਮਿਕਲੀ ਅਸੀਂ ਬਾਕੀ ਸੂਬਿਆਂ ਤੋਂ ਬਹੁਤ ਅੱਗੇ ਲੰਘ ਜਾਈਏ। ਹੁਣ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਨੂੰ ਇੰਡਸਟਰੀ ਕਦੇ ਨਹੀਂ ਮਿਲੀ, ਸਿਰਫ ਖੇਤੀਬਾੜੀ ਹੀ ਦਿੱਤੀ ਗਈ। ਖੇਤੀਬਾੜੀ ਤੋਂ ਇੱਕ ਜਿਹੜਾ ਸਮਾਜ ਆ ਅੱਗੇ ਜਾਂਦਾ ਹੁੰਦਾ ਇੰਡਸਟਰੀ ਵੱਲ। ਇੰਡਸਟਰੀ ਤਾਂ ਕਦੇ ਸਮਾਜ 'ਚ ਆਈ ਹੀ ਨਹੀਂ ਸਾਡੇ, ਤਾਂ ਇੰਡਸਟਰੀਅਲ ਇਕੋਨਮੀ ਨੇ ਸਾਨੂੰ ਕਦੇ ਸਪੋਰਟ ਹੀ ਨਹੀਂ ਕੀਤਾ। ਅਸੀਂ ਅੱਜ ਵੀ ਖੇਤੀ ਤੇ ਹੀ ਖੜ ਗਏ ਆ ਕੇ। ਇੰਡਸਟਰੀ ਤੋਂ ਅੱਗੇ ਸਮਾਜ ਜਾਂਦਾ ਸਰਵਿਸ ਇੰਡਸਟਰੀ ਵੱਲ, ਸਰਵਿਸ ਇਕੋਨਮੀ ਵੱਲ, ਜਿਹੜੀ ਅੱਜ ਦੀ ਮਾਡਰਨ ਇਕੋਨਮੀ ਦੀ ਫਾਊਂਡੇਸ਼ਨ ਆ। ਜੇ ਮਾਡਰਨ ਇਕੋਨਮੀ 'ਚ ਰੁਜ਼ਗਾਰ ਦੀ ਗੱਲ ਕਰਦੇ ਆ ਤਾਂ ਸਰਵਿਸ ਇੰਡਸਟਰੀ ਆ। ਸਰਵਿਸ ਇੰਡਸਟਰੀ 'ਚ ਟੂਰਿਜ਼ਮ ਵੀ ਆਉਂਦਾ, ਸਰਵਿਸ ਇੰਡਸਟਰੀ 'ਚ ਐਜੂਕੇਸ਼ਨ ਵੀ ਆਉਂਦੀ ਆ, ਸਰਵਿਸ ਇੰਡਸਟਰੀ 'ਚ ਜਿਹੜੇ ਆਹ ਕਾਲ ਸੈਂਟਰ ਖੁੱਲ੍ਹੇ ਆ ਇਹ ਵੀ ਆਉਂਦੇ ਆ, ਸਰਵਿਸ ਇੰਡਸਟਰੀ 'ਚ ਹੌਸਪਿਟੈਲਿਟੀ ਵੀ ਆਉਂਦੀ ਆ। ਮਾਡਰਨ ਇਕੋਨਮੀ ਦੀ ਫਾਊਂਡੇਸ਼ਨ ਆ ਜਾਂ ਅੱਜ ਦੀ ਜਿਹੜੀ ਆਰਥਿਕਤਾ ਉਹਦੀ ਇਹ ਕਹਿ ਲਓ ਵੀ ਨੀਂਹ ਆ ਸਰਵਿਸ ਇੰਡਸਟਰੀ। ਪੰਜਾਬ ਕੋਲੇ ਉਹ ਵੀ ਹੈ ਨਹੀਂ। ਸਰ ਪੰਜਾਬ ਕੋਲੇ ਲੈ ਦੇ ਕੇ 1960 ਤੋਂ ਅੱਜ ਤਾਈਂ ਹੈ ਕਿ ਖੇਤੀ। ਖੇਤੀ ਸਰਕਾਰਾਂ ਨੇ ਪ੍ਰੋਟੈਕਟ ਕਰਨੀ ਹੁੰਦੀ ਆ, ਸਰਕਾਰਾਂ ਨੇ ਕਿਸਾਨਾਂ ਨੂੰ ਸਾਂਭ ਕੇ ਰੱਖਣਾ ਹੁੰਦਾ, ਸਰਕਾਰਾਂ ਨੇ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਹੁੰਦੀਆਂ। ਸਾਨੂੰ ਨਾ ਕਦੇ ਉਹਨਾਂ ਨੇ ਪ੍ਰੋਟੈਕਟ ਕੀਤਾ, ਸਾਂਭ ਕੇ ਰੱਖਿਆ, ਨਾ ਕਦੇ ਸਬਸਿਡੀਆਂ ਦਿੱਤੀਆਂ ਤਾਂ ਸਾਡੀ MSP 'ਚੋਂ ਖੋਹ ਲੈਂਦੇ ਸੀ। ਇੱਧਰੋਂ ਸਾਨੂੰ ਬਿਜਲੀ ਮੁਫਤ ਦੇ ਦਿੰਦੇ, ਉੱਧਰੋਂ MSP 'ਚੋਂ ਘਟਾ ਦਿੰਦੇ, ਤਾਂ ਗੱਲ ਫਿਰ ਉੱਥੇ ਹੀ ਆ ਜਾਂਦੀ। ਇਹ ਨੀਤੀਆਂ ਵੀ ਸਾਡੇ ਕਦੇ ਸਮਝ ਨਹੀਂ ਆਈਆਂ ਜਾਂ ਸਾਡੇ ਬਜ਼ੁਰਗਾਂ ਦੇ, ਕਿਉਂਕਿ ਅਸੀਂ ਤਾਂ ਮੰਗਦੇ ਹੀ ਦਾਨ, ਭਰੋਸਾ ਦਾਨ ਦਾ। ਅਰਦਾਸ 'ਚ ਅਸੀਂ ਭਰੋਸਾ ਦਾਨ ਮੰਗਦੇ ਹਾਂ, ਤਾਂ ਬਜ਼ੁਰਗਾਂ ਨੂੰ ਤਾਂ ਐਂ ਹੁੰਦਾ ਸੀ ਵੀ ਸਾਡੇ ਆਗੂ, ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਉਹ ਸਾਡੇ ਲਈ ਕੰਮ ਕਰਨਗੇ। ਪਰ ਆਗੂਆਂ ਨੇ ਗਦਾਰੀਆਂ ਕੀਤੀਆਂ ਸਾਡੇ ਲਈ, ਸਾਡੇ ਆਗੂਆਂ ਨੇ ਵੀ ਨਹੀਂ ਕੰਮ ਕੀਤਾ। ਸੋ ਗੱਲ ਕਿੱਥੇ ਆ ਕੇ ਅੜ ਗਈ? ਕੱਲੀ ਖੇਤੀ ਤੇ। ਜੇ ਖੇਤੀ ਤੇ ਗੱਲ ਅੱਜ ਵੀ ਖੜੀ ਆ, ਹੁਣ ਇੰਡੀਆ ਦੀ GDP ਫਿਰਦੀ ਆ -23 ਤੇ। GDP ਕੀ ਹੁੰਦੀ ਹੈ ਇਹ ਵੀ ਆਪਾਂ ਸਮਝ ਲੈਂਦੇ ਆ। ਕੋਈ ਸੈਕਟਰ, ਬਜ਼ੁਰਗ ਬੈਠੇ ਆ, ਜੇ ਕਿਤੇ ਕੋਈ ਗੱਲ ਨਹੀਂ, ਕੋਈ ਲਫ਼ਜ਼ ਇਹੋ ਜਿਹਾ ਅੰਗਰੇਜ਼ੀ ਦਾ ਨਹੀਂ ਪਤਾ ਲੱਗਦਾ ਤਾਂ ਪਲੀਜ਼ ਤੁਸੀਂ ਉੱਥੋਂ ਹੀ ਹੱਥ ਖੜਾ ਕਰ ਦਿਓ ਜੀ, ਉਹਦੀ ਪੰਜਾਬੀ ਵੀ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਕਈ ਵਾਰੀ ਮੇਰੀ ਇੰਨੀ ਮੁਹਾਰਤ ਨਹੀਂ ਹੁੰਦੀ ਉਸ ਪੰਜਾਬੀ ਦੇ ਲਫ਼ਜ਼ ਤੇ, ਤਾਂ ਕੋਈ ਬੰਦਾ ਸੁਜੈਸਟ ਕਰ ਦਊਗਾ, ਕਿਉਂਕਿ ਆਪਾਂ ਗੱਲਬਾਤ ਹੀ ਕਰ ਰਹੇ ਹਾਂ। ਇਹਦੇ ਪ੍ਰੋਡਕਟਸ ਜਿਹੜੀ ਫਸਲ ਪੈਦਾ ਕਰਦੇ ਆ, ਐਂ ਕੋਈ ਕੰਪਨੀ ਮੋਟਰਸਾਈਕਲ ਬਣਾਉਂਦੀ ਆ, ਐਂ ਸਰਵਿਸ ਇੰਡਸਟਰੀ ਆਪਦੀ ਸਰਵਿਸਿਜ਼ ਦਿੰਦੀ ਆ। ਇਸ ਸਾਰੇ ਵਰਤਾਰੇ ਤੋਂ ਜਿਹੜੀ ਇਨਕਮ ਪੈਦਾ ਹੁੰਦੀ ਆ, ਦੇਸ਼ ਦੀ ਇਨਕਮ, ਉਹਨੂੰ GDP ਕਿਹਾ ਜਾਂਦਾ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਇਸ ਕਿਸੇ ਵੀ ਤਰ੍ਹਾਂ ਦੀ ਸਰਵਿਸ, ਕਿਸੇ ਵੀ ਤਰ੍ਹਾਂ ਦੀ ਮੈਨੂਫੈਕਚਰਿੰਗ ਯੂਨਿਟ, ਕਿਸੇ ਵੀ ਤਰ੍ਹਾਂ ਦੀ ਫਸਲ ਜਦੋਂ ਦੇਸ਼ ਦੇ ਕੋਲੇ ਜਾ ਕੇ ਇੱਕ ਇਨਕਮ ਪੈਦਾ ਕਰਦੀ ਆ, ਉਹਨੂੰ GDP ਕਿਹਾ ਜਾਂਦਾ। ਇੰਡੀਆ ਅੱਜ -23 'ਚ ਆ, ਮਤਲਬ ਜੋ ਪਹਿਲਾਂ GDP ਸੀ ਸਾਡੀ ਜਾਂ ਦੇਸ਼ ਦੀ ਇਨਕਮ ਸੀ, ਉੱਥੋਂ ਮਨਫੀ ਹੋ ਕੇ 23% ਥੱਲੇ ਡਿੱਗ ਗਈ ਆ। ਉਹ ਕੱਲੀ ਖੇਤੀ ਆ ਜਿਹੜੀ ਅੱਜ ਵੀ ਮੁਨਾਫਾ ਦੇ ਰਹੀ ਆ ਸਰਕਾਰ ਨੂੰ, ਸਾਨੂੰ ਨਹੀਂ ਦੇ ਰਹੀ, ਸਰਕਾਰ ਨੂੰ। ਚਾਹੇ ਉਹ ਮੁਨਾਫਾ ਮੰਡੀ ਬੋਰਡ ਦੇ ਥਰੂ ਹੋਵੇ, ਚਾਹੇ ਮੁਨਾਫਾ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਆਪਾਂ ਟੈਕਸ ਦਿੰਦੇ ਆ ਉਹਦੇ ਥਰੂ ਹੋਵੇ। ਟੈਕਸ ਕਿਵੇਂ ਦਿੰਦੇ ਆ? ਕਿਉਂਕਿ ਅਸੀਂ ਅੱਜ ਪਾਣੀ ਵੀ ਸਰਕਾਰ ਤੋਂ ਖਰੀਦਦੇ ਆ, ਅਸੀਂ ਬਿਜਲੀ ਵੀ ਸਰਕਾਰ ਤੋਂ ਖਰੀਦਦੇ ਆ, ਅਸੀਂ ਮਸ਼ੀਨਰੀ ਵੀ ਕੰਪਨੀਆਂ ਤੋਂ ਖਰੀਦਦੇ ਆ, ਸਾਨੂੰ ਲੇਬਰ ਕਾਸਟ ਵੀ ਯੂਨੀਅਨ ਦੇ ਹਿਸਾਬ ਨਾਲ ਲੇਬਰ ਰੇਟ ਦੇ ਉੱਤੇ ਦੇਣੀ ਪੈਂਦੀ ਆ। ਸੋ ਇਹ ਜਿਹੜੀਆਂ ਸਾਰੀਆਂ ਸਾਡੇ ਖਰਚੇ ਆ, ਇਹ ਜਾਂਦੇ ਅਸਲ 'ਚ ਸਿਰੇ ਤੇ ਸਰਕਾਰ ਕੋਲ ਹੀ ਆ। ਤਾਂ ਇਕੱਲੀ ਖੇਤੀ ਆ ਜਿਹੜੀ ਸਰਕਾਰ ਨੂੰ ਅੱਜ ਮੁਨਾਫਾ ਦੇ ਰਹੀ ਆ, ਬਾਕੀ ਸਾਰੀ, ਚਾਹੇ ਸਰਵਿਸ ਇੰਡਸਟਰੀ ਹੋਵੇ ਇਸ ਦੇਸ਼ ਦੀ, ਚਾਹੇ ਮੈਨੂਫੈਕਚਰਿੰਗ ਯੂਨਿਟ ਹੋਵੇ, ਉਹ ਘਾਟੇ 'ਚ ਆ। ਹੁਣ ਸਰਕਾਰ ਨੇ ਇਹਨਾਂ ਕੰਪਨੀਆਂ ਨੂੰ ਮੰਡੀਆਂ ਤਿਆਰ ਕਰਕੇ ਦੇਣੀਆਂ, ਕਿਉਂਕਿ ਇਹ ਕੰਪਨੀਆਂ ਨੇ ਸਰਕਾਰਾਂ ਨੂੰ ਪਾਲਣਾ ਹੁੰਦਾ, ਫੰਡ ਦੇਣੇ ਹੁੰਦੇ ਆ।
मैं बड़े पंजाबी ते सौखे लफ्ज़ां च गल कर रहा ताकि सारिਆਂ ਦੀ समझ च आ जाए। टैक्नीकल भाषा ਆਪਾਂ यूज़ करांगे कई वारी वो समझ च आउणी औखी हो जाती है। सो सरकारां ने कंपनियां नूं पालना, कंपनियां ने सरकारां बनाउणियां, उन्हां नूं फंड देने आ, उन्हां ने इलैक्शन लड़ने आ। इस टाइम जिहड़ी साडी हुक्मरान धेर आ वो तां सिद्धे तौर ते इस गल ते आ गई आ भी असीं अंबानी, अदानी, गोदरेज या कोई हीरो होंडा हो जे या ये सारे यूनिट हो जाण, इन्हां नूं पालांगे क्योंकि साडे कोले जिहड़ा इन्हां तो पैसा आउंदा ਉਹਨੂੰ भी यूनोनिमस रखा जाऊगा, मतलब ਉਹਦੇ बारे कोई जानकारी देने की कोई जरूरत नहीं। ये भी यही बिल लैके आए आ ते उस कंपनी नूं इनकम टैक्स दे सैक्शन 80C दे अधीन रियायत भी दी जाऊगी, वो सारी इनकम माफ़ भी की जाऊगी तो ਉਹਦੇ ਤੇ ਉਹਨੂੰ रियायत मिलूगी। सो ये जड़ा सारा इन्होंने गलबा रच लिया, कंपनियां नूं मंडी खड़ी करके देण दा। हुण इन्हां दी नज़र पै गई है पंजाब हरियाणा दी किसानी ते। इन्हां ने की सोचिया भी इत्थे किसान अज भी मुनाफा कमा रहे आ, जिवें मर्जी करते आ, जिउंदे आ। पंजाब दी इकोनॉमी अज भी 55 तो 60% सिर्फ खेतीबाड़ी ते खड़ी आ। अज भी बजुर्ग जे किसी ने बाहर भेजना मुंडिਆਂ ਨੂੰ खेतों चों ही पैसा कढ़ के दिंदे आ, जे विआह करने आ तां भी खेतों चों ही पैसा कढ़ के दिंदे आ। अज भी असीं उस सिद्धांत ते खड़े आ भी जमीन मरे पए नूं भी रोटी दिंदी आ। ते किसान या पंजाब दा किसान या हर शख्सियत, हर व्यक्ति पंजाब दा जुड़िया ही जमीन नाल आ। असीं जे अज कंपनियां नूं आपदे सिर ते भालिया, कंपनियां ने तां टारगेट देखने हुंदे आ, कंपनियां ने तां मुनाफा देखना हुंदा, कंपनियां ने ये नहीं देखना भी तुहाडे किन्ने क एहसास जुड़े आ तुहाडी जमीन नाल, तुहाडी किन्नी क होंद जुड़ी आ तुहाडी जमीन नाल। जदों बाबे नानक ने करतारपुर हल वाउण लग गया सी उदों ही सानूं दसता सी भी साडी होंद ही इस धरती नाल जुड़ी आ। जदों गुरु नानक साहब ने इस सारी जमीन नूं, इस वातावरण नूं संबोधन कीता सी, संबोधन कीता सी, पवन गुरु, पवन नूं गुरु कहा सी, गुरु का दर्जा दिता सी। पवन गुरु अगे तुसीं दसो की आ? माता धरत महत, इदू उत्ते असीं की दर्जा दे दईए? पवन गुरु पानी नूं पिता कहता, माता नूं धरत, जिहड़ी साडी माता वो धरत आ साडी, वो साडी ये धरती आ। ये एहसास कंपनियां दे थोड़ी जुड़े होणगे, उन्होंने बाबे नानक की बाणी थोड़ी पढ़नी आ। असीं कहने आ साडी होंद दी लड़ाई आ। क्यों होंद दी लड़ाई आ? होंद साडी गुरु नानक साहब दे फलसफे च पई आ। होंद साडी धरती जदों असीं अज भी कहने आ ये मरे पए नूं भी रोटी दिंदी आ, उत्थे पई आ। ये गल्लां ना सरकारां दे समझ च आउंदियां, ना कंपनियां दे समझ च आउंदियां। साडे उत्ते कानून बना के लै आउंदे आ ते असीं कहने आ कानून माड़े आ। साडीआं गल्लां उन्हां नूं कित्थों समझ आउणगीआं ते कित्थों किसान यूनीअन ये गल समझ लूगी जिहड़ी MSP दी ते APMC दी मंडी बोर्ड दी गल करदी आ। एक एहसास हुंदा, रूहां च वसिया हुंदा। साडे एहसास रूहां च वसिया, साडे धरती साडी रूहां च वसी आ। हुण किसान यूनीअन नूं मैं कित्थों समझा दा भी ये तां यार गल ही रूहां दी हो रही आ, ये तां गल किसे होर पिरती दी चल रही आ। थोड़े कोले आके जे वाहिगुरू जी का खालसा वाहिगुरू जी की फतेह कह दिंने आ, तुसीं कामरेडां वाली गल करके कहने हो आ गल ना करो यार, है ना। सो जे साडियां रूहां नूं ही नहीं समझोगे फिर थोड़े ते सरकारां च की फर्क रह गया। जे तुसीं सानूं कहने हो किसानां दे हल देओगे तो साडी रूहां नूं तां समझो पहलां, साडी होंद पई आ उत्थे। इस तरह ही साडी होंद दी लड़ाई आ। जे मैं अज कहना भी कोई गल नहीं, असीं विचारां दे वखरेवें हो सकते आ, पर विचारां दे वखरेवें लई मिल जोड़ के बह जन्ने आ, सिर जोड़ के बह जन्ने आ, गलबात कर लैंदे आ, कोई ना कोई हल निकलिया आऊगा संवाद च, हौमे च, मैच। जे तुसीं कहने हो मूवमेंट जिहड़ी आ, अंदोलन जिहड़ा, इहदे ते भी गलबा पाल गए और गलबा भी आए पाल गए भी साडा अंदोलन आ, फिर तुसीं भी उही कर रहे हो। एक पासे सरकार कह रही आ साडी सरकार आ, तुसीं कह रहे हो साडा अंदोलन आ। उधर भी लोक नहीं, इधर भी लोक नहीं, फिर जवाब की आ तुहाडे कोले? फिर तुहाडे नाल उदों तक बैठण दा कोई फायदा नहीं जदों तक तुहानूं समझ नहीं आउंदी भी तुहाडा अंदोलन नहीं आ, एक
ਲੋਕਾਂ ਦਾ ਅੰਦੋਲਨ ਆ, ਇਹ ਲੋਕ ਲਹਿਰ ਆ। ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।